ਦਿੱਲੀ ਦੇ ਵਿੱਚ ਜੋ ਬੀਜੇਪੀ ਤੇ ਆਮ ਆਦਮੀ ਪਾਰਟੀ ਯਾਨੀ ਕਿ ਦਿੱਲੀ ਸਰਕਾਰ ਤੇ ਐਲਜੀ ਦੇ ਵਿਚਾਲੇ ਜੋ ਵਿਵਾਦ ਪੈਦਾ ਹੋ ਰਿਹਾ, ਜੋ ਸਿਆਸੀ ਉੱਥੇ ਮੈਦਾਨ ਭਖਿਆ ਹੋਇਆ, ਤਾਂ ਹੁਣ ਇਸ ਵਿਚਾਲੇ ਪੰਜਾਬ ਦੀ ਸਰਕਾਰ ਨੇ ਵੀ ਐਂਟਰੀ ਮਾਰ ਦਿੱਤੀ ਹੈ। ਦਿੱਲੀ ਦੇ ਵਿੱਚ ਤੁਹਾਨੂੰ ਸਭ ਤੁਸੀਂ ਜਾਣਦੇ ਹੋ ਕਿ ਕਿਵੇਂ ਪਹਿਲਾਂ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ, ਫਿਰ ਉਸ ਤੋਂ ਬਾਅਦ ਕੇਂਦਰ ਸਰਕਾਰ ਇੱਕ ਆਰਡੀਨੈਂਸ ਲੈ ਕੇ ਆਈ ਹੈ। ਮੈਂ ਪੂਰੀ ਤਮਾਮ ਇਸ ਬਾਰੇ ਜ਼ਿਕਰ ਕਰਾਂਗਾ। ਤਾਂ ਦਿੱਲੀ ਦੇ ਵਿੱਚ ਕੇਜਰੀਵਾਲ ਸਰਕਾਰ ਅਤੇ ਉਪ ਰਾਜਪਾਲ ਦੇ ਵਿਚਾਲੇ ਜੋ ਤਲਖੀ ਭਰੇ ਹਾਲਾਤ ਚੱਲਦੇ ਨੇ, ਇਸ ਦਰਮਿਆਨ ਕੇਂਦਰ ਸਰਕਾਰ ਇੱਕ ਨਵਾਂ ਆਰਡੀਨੈਂਸ ਲੈ ਕੇ ਆਈ ਹੈ, ਪਾਸ ਕਰ ਦਿੱਤਾ ਗਿਆ। ਇਸ ਆਰਡੀਨੈਂਸ ਦੇ ਕਾਰਨ ਹੁਣ ਦਿੱਲੀ ਸਰਕਾਰ ਦੇ ਅਧਿਕਾਰੀਆਂ ਦੇ ਵਿੱਚ ਜਿਹੜੇ ਅਧਿਕਾਰ ਹੋਣਗੇ ਉਹਨਾਂ ਦੇ ਵਿੱਚ ਕਟੌਤੀ ਜਿਹੜੀ ਹੋ ਜਾਵੇਗੀ। ਆਰਡੀਨੈਂਸ ਜਾਰੀ ਕਰਨ ਦੇ ਨਾਲ ਹੀ ਕੇਂਦਰ ਸਰਕਾਰ ਨੇ ਨੈਸ਼ਨਲ ਕੈਪੀਟਲ ਸਿਵਲ ਸਰਵਿਸ ਅਥਾਰਟੀ ਦਾ ਗਠਨ ਵੀ ਕਰ ਦਿੱਤਾ ਹੈ। ਇਸ ਦੇ ਵਿੱਚ ਇਹ ਦੱਸਿਆ ਗਿਆ ਕਿ ਜਿੰਨੇ ਵੀ ਗਰੁੱਪ ਏ ਦੇ ਅਫਸਰ ਹੋਣਗੇ ਉਹਨਾਂ ਦੀ ਜਿੰਨੀ ਵੀ ਤਬਾਦਲੇ ਜਾਂ ਫਿਰ ਨਿਯੁਕਤੀਆਂ ਜਾਂ ਫਿਰ ਵਿਭਾਗੀ ਕਾਰਵਾਈ ਹੋਵੇਗੀ, ਇਹ ਸਾਰੀ ਜ਼ਿੰਮੇਵਾਰੀ ਜੋ ਅਥਾਰਟੀ ਬਣਾਈ ਗਈ ਹੈ ਉਸ ਦੀ ਹੋਵੇਗੀ। ਯਾਨੀ ਕਿ ਹੁਣ ਸਿੱਧਾ ਜੋ ਪਹਿਲਾਂ ਗਰੁੱਪ ਏ ਦੇ ਅਫਸਰਾਂ ਦੀ ਨਿਯੁਕਤੀ, ਤੈਨਾਤੀ ਜਾਂ ਫਿਰ ਵਿਭਾਗੀ ਕਾਰਵਾਈ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰਨ ਦੇ ਲਈ ਦਿੱਲੀ ਦੇ ਮੁੱਖ ਮੰਤਰੀ ਕਰਦੇ ਸਨ, ਤਾਂ ਹੁਣ ਇਹ ਅਥਾਰਟੀ ਜਿਹੜੀ ਕਰੇਗੀ। ਔਰ ਇਸ ਅਥਾਰਟੀ ਦੇ ਵਿੱਚ 3 ਲੋਕ ਸ਼ਾਮਲ ਹੋਣਗੇ। ਇੱਕ ਤਾਂ ਦਿੱਲੀ ਦੇ ਮੁੱਖ ਮੰਤਰੀ ਹੋਣਗੇ, ਫਿਰ ਚੀਫ ਸੈਕਟਰੀ ਹੋਵੇਗਾ, ਫਿਰ ਐਨਸੀਟੀ ਸਰਕਾਰ ਦੇ ਜਿਹੜੇ ਹੈਗੇ ਪ੍ਰਮੁੱਖ ਸਕੱਤਰ ਗ੍ਰਹਿ ਵਿਭਾਗ ਦੇ ਇਸ ਦੇ ਵਿੱਚ ਸ਼ਾਮਲ ਹੋਣਗੇ। ਕੇਂਦਰ ਸਰਕਾਰ ਅਥਾਰਟੀ ਦੀ ਸਲਾਹ ਲਵੇਗੀ ਤੇ ਫਿਰ ਫੈਸਲਾ ਜਾਰੀ ਕਰੇਗੀ। ਯਾਨੀ ਕਿ ਹੁਣ ਡਾਇਰੈਕਟ ਕੇਜਰੀਵਾਲ ਇਸ ਆਰਡੀਨੈਂਸ ਦੇ ਮੁਤਾਬਕ ਸਿੱਧਾ ਕੇਜਰੀਵਾਲ ਕਿਸੇ ਵੀ ਅਫਸਰ ਦੀ, ਗਰੁੱਪ ਏ ਦੇ ਅਫਸਰ ਦੀ ਤੈਨਾਤੀ ਨਹੀਂ ਕਰ ਸਕਦੇ, ਬਦਲੀ ਨਹੀਂ ਕਰ ਸਕਦੇ। ਉਹਨਾਂ ਨੂੰ ਇਸ ਬਾਰੇ ਜਿਹੜੀ ਹੈ ਪਹਿਲਾਂ ਅਥਾਰਟੀ ਕੋਲ ਜੋ ਨੈਸ਼ਨਲ ਕੈਪੀਟਲ ਸਿਵਲ ਸਰਵਿਸਿਜ਼ ਅਥਾਰਟੀ ਹੈ ਇਸ ਦੇ ਕੋਲ ਲੈ ਕੇ ਜਾਣਾ ਹੋਵੇਗਾ। ਫਿਰ ਬਹੁਮਤ ਜੇਕਰ ਹੋਵੇਗਾ ਤਾਂ ਹੀ ਕੇਂਦਰ ਸਰਕਾਰ ਫੈਸਲਾ ਲਵੇਗੀ ਕਿ ਅਸੀਂ ਇਸ ਅਧਿਕਾਰੀ ਦੀ ਬਦਲੀ ਕਰਨੀ ਹੈ ਜਾਂ ਨਹੀਂ ਕਰਨੀ। ਤਾਂ ਹੁਣ ਇਹ ਪੂਰਾ ਘਟਨਾਕ੍ਰਮ ਕਿਵੇਂ ਬਦਲਦਾ ਹੈ? ਦਿੱਲੀ ਦੇ ਵਿੱਚ ਟਰਾਂਸਫਰ ਪੋਸਟਿੰਗ ਨੂੰ ਲੈ ਕੇ ਉਪ ਰਾਜਪਾਲ ਤੇ ਅਰਵਿੰਦ ਕੇਜਰੀਵਾਲ ਦੀ ਜਿਹੜੀ ਲੜਾਈ ਹੈਗੀ ਹੈ ਇੱਕ ਵਾਰ ਮੁੜ ਤੋਂ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਚੁੱਕੀ ਹੈ। ਦਰਅਸਲ ਕੀ ਹੈ ਕਿ 11 ਮਈ ਨੂੰ ਦਿੱਲੀ ਸਰਕਾਰ ਦੀ ਪਟੀਸ਼ਨ ਦੇ ਉੱਪਰ 5 ਜੱਜਾਂ ਦੀ ਬੈਂਚ ਨੇ ਕਿਹਾ ਸੀ ਕਿ ਪਬਲਿਕ ਆਰਡਰ, ਪੁਲਿਸ ਤੇ ਜ਼ਮੀਨ ਨੂੰ ਛੱਡ ਕੇ ਬਾਕੀ ਉਪ ਰਾਜਪਾਲ ਸਾਰੇ ਮਾਮਲਿਆਂ ਦੇ ਵਿੱਚ ਦਿੱਲੀ ਸਰਕਾਰ ਦੀ ਸਲਾਹ ਅਤੇ ਸਹਿਯੋਗ ਤੇ ਕੰਮ ਕਰਨਗੇ। 7 ਦਿਨ ਬਾਅਦ ਫਿਰ 19 ਮਈ ਨੂੰ ਕੇਂਦਰ ਸਰਕਾਰ ਨੇ ਜੋ ਹੁਕਮ ਜਾਰੀ ਹੋਏ ਸੀ ਉਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਰਿਵਿਊ ਪਟੀਸ਼ਨ ਪਾਈ। ਜੋ ਉਹਨਾਂ ਨੇ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਸੀ ਤੇ ਦਿੱਲੀ ਦੇ ਅਧਿਕਾਰੀਆਂ ਦੇ ਟਰਾਂਸਫਰ ਪੋਸਟਿੰਗ ਦਾ ਆਖਰੀ ਫੈਸਲਾ ਜਿਹੜਾ ਹੈ ਉਹ ਉਪ ਰਾਜਪਾਲ ਨੂੰ ਹੀ ਰਹਿਣ ਦੀ ਜਿਹੜੀ ਹੈ ਉਹ ਮੰਗ ਕੀਤੀ ਹੈ। ਇਸ ਦੇ ਵਿੱਚ ਜਿਹੜਾ ਹੈਗਾ ਮੁੱਖ ਮੰਤਰੀ ਦਾ ਕੋਈ ਅਧਿਕਾਰ ਨਾ ਹੋਵੇ, ਇਸ ਸੰਬੰਧੀ ਜਿਹੜੀ ਹੈ ਪਟੀਸ਼ਨ ਰਿਵਿਊ ਪਟੀਸ਼ਨ ਪਾਈ ਗਈ। ਤਾਂ ਹੁਣ 20 ਮਈ ਨੂੰ ਯਾਨੀ ਕਿ ਅੱਜ ਕੇਂਦਰ ਸਰਕਾਰ ਖੁਦ ਸੁਪਰੀਮ ਕੋਰਟ ਦੇ ਵਿੱਚ ਪਹੁੰਚਦੀ ਹੈ। 5 ਜੱਜਾਂ ਦੀ ਜਿਹੜੀ ਬੈਂਚ ਹੁੰਦੀ ਹੈ ਉਹਨਾਂ ਵੱਲੋਂ ਜੋ ਫੈਸਲਾ ਸੁਣਾਇਆ ਜਾਂਦਾ ਉਸ ਨੂੰ ਜਿਹੜਾ ਵਿਚਾਰ ਅਧੀਨ ਕੀਤਾ ਜਾਂਦਾ ਹੈ। ਤਾਂ ਹੁਣ ਕੇਂਦਰ ਸਰਕਾਰ ਤੇ ਨਾਲ ਦੀ ਨਾਲ ਦਿੱਲੀ ਦੇ ਵਿੱਚ ਜੋ ਸਰਕਾਰ ਆਪਸ ਦੇ ਵਿੱਚ ਫਸੀਆਂ ਹੋਈਆਂ, ਤਾਂ ਇਸ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਟਵੀਟ ਕੀਤਾ। ਸਿੱਧਾ ਜਿਹੜਾ ਸਵਾਲ ਹੈਗਾ ਉਹ ਬੀਜੇਪੀ ਤੇ ਖੜਾ ਕੀਤਾ। ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ 2 ਟਵੀਟ ਕੀਤੇ ਹੈ। ਪਹਿਲਾ ਜਿਹੜਾ ਟਵੀਟ ਕੀਤਾ ਉਹਦੇ ਵਿੱਚ ਲਿਖਿਆ, ਹਿੰਦੀ ਦੇ ਵਿੱਚ ਲਿਖਿਆ ਉਹਨਾਂ ਨੇ, ਮੈਂ ਪੰਜਾਬੀ ਦੇ ਵਿੱਚ ਤੁਹਾਨੂੰ ਪੜ੍ਹ ਕੇ ਸੁਣਾਵਾਂਗਾ ਕਿ ਜੇਕਰ ਭਾਰਤੀ ਸੰਵਿਧਾਨ ਦੇ ਵਿੱਚ ਲੋਕਤੰਤਰ ਦੇ ਕਾਤਲਾਂ ਨੂੰ ਸਜ਼ਾ ਦਾ ਪ੍ਰਾਵਧਾਨ ਹੁੰਦਾ ਤਾਂ ਪੂਰੀ ਭਾਜਪਾ ਨੂੰ ਫਾਂਸੀ ਹੋ ਸਕਦੀ ਸੀ। ਇਹ ਦਾਅਵਾ ਕੀਤਾ ਗਿਆ। ਬੀਜੇਪੀ ਤੇ ਸਿੱਧਾ ਹਮਲਾ ਕੀਤਾ। ਦੂਸਰੇ ਪਾਸੇ ਉਹਨਾਂ ਨੇ ਇੱਕ ਹੋਰ ਟਵੀਟ ਕੀਤਾ, ਦੇਸ਼ ਨੂੰ 30-31 ਰਾਜਪਾਲ ਅਤੇ 1 ਪ੍ਰਧਾਨ ਮੰਤਰੀ ਚਲਾ ਲੈਣ, ਵੋਟਾਂ ਪਾਉਣ ਤੇ ਕਰੋੜਾਂ ਅਰਬਾਂ ਖਰਚਣ ਦਾ ਕੀ ਫਾਇਦਾ? ਇਹ ਸਵਾਲ ਜਿਹੜੇ ਖੜੇ ਕੀਤੇ ਹੈ। ਤਾਂ ਹੁਣ ਦਿੱਲੀ ਦੀ ਜਿਹੜੀ ਸਿਆਸਤ ਹੈਗੀ ਹੈ, ਰਾਜਨੀਤੀ ਲੜਾਈ ਹੈ, ਉਸ ਦੇ ਵਿੱਚ ਪੰਜਾਬ ਸਰਕਾਰ ਵੀ ਕਦਮ ਰੱਖ ਚੁੱਕੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਟਵੀਟ ਕੀਤੇ ਨੇ। ਤਾਂ ਹੁਣ ਇਹ ਦੇਖਣਾ ਹੋਵੇਗਾ। ਤਾਂ ਦੂਸਰੇ ਪਾਸੇ ਅਰਵਿੰਦ ਕੇਜਰੀਵਾਲ ਵੀ ਅੱਜ ਕਾਨਫਰੰਸ ਕਰ ਰਹੇ ਆਪਣੇ ਦਫ਼ਤਰ ਤੋਂ। ਉਹਨਾਂ ਨੇ ਵੱਡੇ ਇਲਜ਼ਾਮ ਲਗਾਏ। ਉਹਨਾਂ ਨੇ ਕਿਹਾ ਕਿ ਜੋ ਆਰਡੀਨੈਂਸ ਕੇਂਦਰ ਸਰਕਾਰ ਲੈ ਕੇ ਆਈ ਹੈ ਅਥਾਰਟੀ ਵਾਲਾ, ਉਸ ਦੇ ਵਿੱਚ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦੇ ਬੰਦ ਹੋਣ ਦਾ ਇੰਤਜ਼ਾਰ ਕੀਤਾ। ਗਰਮੀ ਦੀਆਂ ਛੁੱਟੀਆਂ ਹੋਣ ਦੇ ਕਾਰਨ ਇਹ ਜਿਹੜਾ ਹੈ ਸੁਪਰੀਮ ਕੋਰਟ ਬੰਦ ਹੁੰਦਾ ਹੈ, ਤਾਂ ਛੁੱਟੀਆਂ ਤੋਂ ਬਾਅਦ 1 ਜੁਲਾਈ ਨੂੰ ਖੁੱਲੇਗਾ। ਤਾਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਉਦੋਂ ਚੈलेंज ਕਰਾਂਗਾ ਇਸ ਆਰਡੀਨੈਂਸ ਨੂੰ। तो प्रश्न ये उठता है कि ये कोर्ट के बंद होने का इंतजार क्यों कर रहे थे कि जब कोर्ट बंद होगा तब हम अध्यादेश लाएंगे? पहले ले आते, जब कोर्ट की छुट्टियां नहीं चल रही थी, जब कोर्ट खुला था, जिस दिन अध्यादेश आया 3 दिन बाद, 4 दिन बाद, 5 दिन बाद ले आते। क्योंकि ये अंदर दिल के अंदर जानते हैं कि ये अध्यादेश पूरी तरह से गैर कानूनी, गैर संवैधानिक और जनतंत्र के खिलाफ है।
इन्हें पूरी तरह से पता था कि अगर सुप्रीम कोर्ट के खुले होते हुए अगर ये अध्यादेश ले आते और हम अगर अगले दिन इसको सुप्रीम कोर्ट में चुनौती देते तो सुप्रीम कोर्ट में ये 5 मिनट भी ये अध्यादेश टिकने वाला नहीं था। तो ये चाहते थे कि सुप्रीम कोर्ट बंद हो और उसके बाद ये अध्यादेश लेके आए। अंदर खाने ये भी जानते हैं कि ये अध्यादेश 5 मिनट भी टिकने वाला नहीं है। तो क्या इस अध्यादेश की लाइफ केवल 1.25 महीने की है जब तक सुप्रीम कोर्ट बंद है? 1 जुलाई को सुप्रीम कोर्ट खुलेगा, हम इसको चैलेंज करेंगे सुप्रीम कोर्ट के अंदर,